ਤੁਸੀਂ ਦੇਖ ਰਹੇ ਹੋ ABC ਪੰਜਾਬ। ਮੈਂ ਹਾਂ ਤੁਹਾਡੇ ਨਾਲ ਜਗਤਾਰ ਸਿੰਘ ਭੁੱਲਰ। ਸਭ ਦਾ ਸਵਾਗਤ ਕਰਦੇ ਹਾਂ। ਜਿਨ੍ਹਾਂ ਦਰਸ਼ਕਾਂ ਨੇ, ਦੋਸਤਾਂ ਮਿੱਤਰਾਂ ਨੇ ਸਾਡਾ ਫੇਸਬੁੱਕ ਪੇਜ, YouTube ਪੇਜ ਲਾਈਕ ਕੀਤਾ, ਉਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ। ਤੇ ਜਿਨ੍ਹਾਂ ਨਹੀਂ ਕੀਤਾ ਉਹਨਾਂ ਅੱਗੇ ਵੀ ਅਪੀਲ ਹੈ ਕਿ ਉਹ ਵੀ ਲਾਜ਼ਮੀ ਤੌਰ ਤੇ ਪੇਜ ਲਾਈਕ ਕਰ ਲੈਣ, ਕਿਉਂਕਿ ਸੱਚੀਆਂ, ਸਾਰਥਕ, ਸਟੀਕ ਤੇ ਬਿਨਾਂ ਸ਼ੋਰ ਵਾਲੀਆਂ ਖਬਰਾਂ ਸਿਰਫ ABC ਪੰਜਾਬ ਤੇ ਹੀ ਤੁਸੀਂ ਦੇਖ ਸਕਦੇ ਹੋ। ਜਿਹੜੀ ਅਸੀਂ ਜ਼ਿਕਰ ਕਰ ਰਹੇ ਹਾਂ ਅੱਜ, ਕਿਉਂਕਿ ਪੰਜਾਬ ਸਰਕਾਰ ਨੇ, ਖਾਸ ਕਰਕੇ ਪੰਜਾਬ ਦੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹੋਣਾ ਨੇ ਦਾਅਵਾ ਕੀਤਾ ਕਿ ਜਦੋਂ ਦਾ ਉਹਨਾਂ ਨੇ ਅਹੁਦਾ ਸੰਭਾਲਿਆ, ਮਤਲਬ 50 ਕੁ ਦਿਨਾਂ ਦੀ ਸਰਕਾਰ ਨੇ ਲਗਭਗ 1000 ਏਕੜ ਤੋਂ ਵੱਧ ਜਿਹੜੀ ਜ਼ਮੀਨ, ਜਿਹੜੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਨੇ, ਉਹ ਛਡਾ ਲਈ ਆ। ਲਾਜ਼ਮੀ ਤੌਰ ਤੇ ਭਗਵੰਤ ਮਾਨ ਤੇ ਕੁਲਦੀਪ ਸਿੰਘ ਧਾਲੀਵਾਲ ਵਧਾਈ ਦੇ ਪਾਤਰ ਨੇ। ਕਿਸੇ ਸਰਕਾਰ ਨੇ ਹਿੰਮਤ ਤੇ ਕੀਤੀ, ਨਹੀਂ ਤੇ ਪਿਛਲੀਆਂ ਸਰਕਾਰਾਂ ਨੇ ਕਦੀ ਵੀ ਇਸ ਪੱਖ ਵੱਲ ਧਿਆਨ ਨਹੀਂ ਦਿੱਤਾ ਕਿ ਜਿਹੜੇ ਪੰਜਾਬ ਦੇ ਵਿੱਚ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਨੇ ਉਹ ਖਾਲੀ ਕਰਵਾਏ ਜਾਣ। ਅਗਰ 1000 ਤੋਂ ਵੱਧ ਜਿਹੜੀ ਏਕੜ ਜ਼ਮੀਨ ਤੋਂ ਕਬਜ਼ਾ ਛਡਾਇਆ, ਅਗਰ ਮਾਰਕੀਟ ਰੇਟ ਦਾ ਹਿਸਾਬ ਦੇ ਨਾਲ ਉਹ ਕਰੋੜਾਂ ਰੁਪਏ ਦੀ ਜ਼ਮੀਨ ਬਣ ਜਾਂਦੀ ਆ। ਲੇਕਿਨ ਜਿਹੜੀ ਚਰਚਾ, ਕਿਉਂਕਿ ਜਸਟਿਸ ਕੁਲਦੀਪ ਸਿੰਘ ਹੋਣੇ ਜਿਹੜੇ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਸੀ, ਉਹਨਾਂ ਦੀ ਅਗਵਾਈ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਵਿਸ਼ੇਸ਼ ਟ੍ਰਿਬਿਊਨਲ ਗਠਨ ਕੀਤਾ ਸੀ ਤੇ ਨਾਲ ਦੀ ਨਾਲ ਰਿਟਾਇਰਡ DGP ਡਾਕਟਰ ਚੰਦਰਸ਼ੇਖਰ ਹੋਣੀ ਵੀ ਜਾਂਚ ਕਰ ਰਹੇ ਨੇ, ਜਿਨ੍ਹਾਂ ਦੀਆਂ 13 ਰਿਪੋਰਟਾਂ ਸਰਕਾਰ ਨੂੰ ਪੁੱਜ ਚੁੱਕੀਆਂ ਸੀ। ਲੇਕਿਨ ਨਾ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਇਹਨਾਂ ਰਿਪੋਰਟਾਂ ਤੇ ਕੋਈ ਕੰਮ ਕੀਤਾ। ਹਾਲਾਂਕਿ ਪੰਜਾਬ ਦੇ ਵਿੱਚ ਅੰਕੜੇ ਨੇ, ਡਾਕਟਰ ਚੰਦਰਸ਼ੇਖਰ ਦੀ ਰਿਪੋਰਟ ਤੇ ਝਾਤੀ ਮਾਰੀਏ ਤਾਂ ਕੋਈ 8 ਲੱਖ ਏਕੜ ਜ਼ਮੀਨ ਤੇ ਪੰਜਾਬ ਦੇ ਲੋਕਾਂ ਨੇ ਕਬਜ਼ਾ ਕੀਤਾ ਹੋਇਆ। ਲੇਕਿਨ ਜਿਸ ਤਰ੍ਹਾਂ ਅਸੀਂ ਪਿਛਲੇ ਦਿਨ ਤੁਹਾਨੂੰ ਦੱਸਿਆ ਸੀ ਕਿ ਸਿਰਫ ਅਸੀਂ 15 ਪਿੰਡਾਂ ਦੀ ਜ਼ਮੀਨ ਦਾ ਜ਼ਿਕਰ ਕੀਤਾ ਸੀ, ਕਿਉਂਕਿ DC ਮੋਹਾਲੀ ਵੱਲੋਂ ਇਹ ਜ਼ਿਕਰ ਕੀਤਾ ਗਿਆ ਸੀ। ਔਰ ਇਹ ਜਿਹੜੀ ਰਿਪੋਰਟ ਆ, ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਸਬ ਕਮੇਟੀ ਦਾ ਗਠਨ ਕੀਤਾ ਸੀ, ਜਿਸ ਕਮੇਟੀ ਦੇ ਚੇਅਰਮੈਨ ਨਵਜੋਤ ਸਿੰਘ ਸਿੱਧੂ ਸਨ, ਉਹਦੇ 'ਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਵਿੰਦਰ ਸਿੰਘ ਸੁੱਖ ਸਰਕਾਰੀਆ, ਇਹ ਲੋਕ ਸ਼ਾਮਲ ਸਨ। ਤੇ ਉਸ ਕਮੇਟੀ ਦੇ ਵਿੱਚ ਡਾਕਟਰ ਚੰਦਰਸ਼ੇਖਰ ਜਿਹੜੇ ਰਿਟਾਇਰਡ DGP, ਉਹਨਾਂ ਦੀ ਰਿਪੋਰਟ ਦਾ ਜ਼ਿਕਰ ਕੀਤਾ ਗਿਆ ਸੀ। ਤੇ ਉਸ ਰਿਪੋਰਟ ਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਸੀ ਕਿ ਜਿਹੜੇ ਮੋਹਾਲੀ ਦੇ DC ਰਹੇ ਨੇ, ਉਹਨਾਂ ਨੇ 9 ਜਨਵਰੀ 2008 ਨੂੰ ਦੱਸਿਆ ਸੀ ਪੰਜਾਬ ਸਰਕਾਰ ਨੂੰ ਕਿ ਜਿਹੜੇ 15 ਪਿੰਡਾਂ ਦੀ ਜਿਹੜੀ ਜ਼ਮੀਨ ਆ ਕੁੱਲ 2585, ਉਹਦੇ ਚੋਂ 2455 ਏਕੜ ਜ਼ਮੀਨ ਤੇ ਕਬਜ਼ਾ। ਹੁਣ ਅਸੀਂ ਕੱਲ੍ਹ 15 ਪਿੰਡਾਂ ਦਾ ਜ਼ਿਕਰ ਕੀਤਾ ਸੀ ਤੇ ਨਾਲ ਦੀ ਨਾਲ ਪਿੰਡ ਭਾਖਰਪੁਰ ਦੇ ਲੋਕਾਂ ਨੇ ਸਾਨੂੰ ਦੱਸਿਆ ਕਿ ਉਹਦੇ 'ਚ ਜਿਹੜਾ ਕੇਸ ਆ, ਜਿਹੜੇ 352 ਏਕੜ ਜ਼ਮੀਨ ਆ ਭਾਖਰਪੁਰ ਪਿੰਡ ਦੀ, ਉਹਦੇ 'ਚੋਂ 259 ਏਕੜ ਜ਼ਮੀਨ ਤੇ ਕਬਜ਼ਾ। ਲੇਕਿਨ ਭਾਖਰਪੁਰ ਦੇ ਵਾਸੀਆਂ ਨੇ ਦੱਸਿਆ ਕਿ ਇਹ ਜਿਹੜਾ ਮਸਲਾ ਵਾ ਇਹ ਕੋਰਟ ਦੇ ਵਿਚਾਰ ਅਧੀਨ ਆ ਔਰ ਸੁਪਰੀਮ ਕੋਰਟ ਵੱਲੋਂ ਇਸ ਕੇਸ ਦੇ ਸਟੇਟਸ ਕੋ ਲੱਗਾ ਹੋਇਆ, ਜਿਸ ਕਰਕੇ ਉਹ ਪਿੰਡ ਵਾਸੀਆਂ ਦਾ ਮੰਨਣਾ ਹੈਗਾ ਕਿ ਉਹਨਾਂ ਦੀ ਜਿਹੜੀ ਜ਼ਮੀਨ ਉਹਨਾਂ ਦੀ ਆ, ਸਰਕਾਰ ਦੀ ਨਹੀਂ ਆ। ਪਰ ਜਿਹੜਾ 2009 ਦੇ ਵਿੱਚ DC ਮੋਹਾਲੀ ਵੱਲੋਂ ਰਿਪੋਰਟ ਦਿੱਤੀ ਗਈ ਸੀ, ਉਹਦੇ 'ਚ ਇਹ ਜ਼ਿਕਰ ਆ। ਔਰ ਇਹ ਰਿਪੋਰਟ ਦਾ ਵਾਰ-ਵਾਰ ਜ਼ਿਕਰ ਹੁੰਦਾ ਜਦ ਸਬ ਕਮੇਟੀ ਦਾ ਗਠਨ ਕੀਤਾ ਗਿਆ, ਸੋ ਉਸ ਕਮੇਟੀ 'ਚ ਵੀ ਇਹ ਜ਼ਿਕਰ ਹੋਇਆ ਸੀ ਕਿ ਸਿਰਫ ਆਧਾਰ ਦੇ ਤੌਰ ਤੇ ਕਿ ਜੇ ਮੋਹਾਲੀ ਦੇ 15 ਪਿੰਡਾਂ ਦੀ ਜਿਹੜੀ 2455 ਏਕੜ ਜ਼ਮੀਨ, ਉਹਦੀ ਕੀਮਤ, ਜਿਹੜੀ ਬਾਜ਼ਾਰੀ ਕੀਮਤ ਆ, ਉਹ 2 ਲੱਖ ਕਰੋੜ ਬਣ ਜਾਂਦੀ ਹੈ। ਤੇ ਜੇ 8 ਲੱਖ ਏਕੜ ਜ਼ਮੀਨ ਦਾ ਹਿਸਾਬ ਲਾਉਣਾ ਹੋਵੇ ਜਿਹੜੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਆ, ਉਹ ਫਿਰ ਖਰਬਾਂ ਦੇ ਵਿੱਚ ਪਹੁੰਚ ਜਾਊਗੀ। ਲੇਕਿਨ ਭਾਖਰਪੁਰ ਪਿੰਡ ਦੇ ਵਾਸੀਆਂ ਦਾ ਮੰਨਣਾ ਕਿ ਉਹਨਾਂ ਦੀ ਜ਼ਮੀਨ ਤੇ ਜਿਹੜੀ ਵਿਚਾਰ ਦੀ ਨਾ ਰਿਪੋਰਟ ਪੁਰਾਣੀ ਆ ਔਰ ਸਟੇਟਸ ਕੋ ਆ। ਹੁਣ ਇਹ ਸੱਚਾਈ ਕੀ ਆ, ਇਹ ਅਦਾਲਤਾਂ ਹੀ ਦੱਸਣਗੀਆਂ। ਪਰ ਪੰਜਾਬ ਸਰਕਾਰ ਜਿਸ ਤਰ੍ਹਾਂ ਨਜਾਇਜ਼ ਕਬਜ਼ੇ ਛਡਾਉਣ ਤੇ ਲੱਗੀ ਹੋਈ ਆ, ਲਾਜ਼ਮੀ ਤੌਰ ਤੇ ਬਹੁਤ ਸਾਰੇ ਪਿੰਡਾਂ 'ਚ ਲੋਕਾਂ ਨੂੰ ਹੁਣ ਜ਼ਮੀਨ ਛੱਡਣੀ ਪਏਗੀ। ਔਰ ਕਿਉਂਕਿ ਜਿਹੜੇ ਮੋਹਾਲੀ ਦੇ ਖਾਸ ਕਰਕੇ ਪਿੰਡ ਆ, ਇਹਦੇ 'ਚ ਕਾਫੀ ਲਿਟੀਗੇਸ਼ਨ ਵੀ ਆ, ਵੱਖ-ਵੱਖ ਲੋਅਰ ਕੋਰਟ ਦੇ ਵਿੱਚ ਆ, ਹਾਈ ਕੋਰਟ ਦੇ ਵਿੱਚ ਆ, ਸੁਪਰੀਮ ਕੋਰਟ ਦੇ ਵਿੱਚ ਵੀ ਕੇਸ ਚੱਲ ਰਹੇ ਨੇ। ਹੁਣ ਜਿਹੜਾ ਅੱਜ ਅਸੀਂ ਜ਼ਿਕਰ ਕਰ ਰਹੇ ਹਾਂ, ਇਹਦੇ 'ਚ ਹੈ ਕਿ ਬਹੁਤ ਸਾਰੇ ਰਸੂਖਦਾਰ ਲੋਕ ਨੇ, ਖਾਸ ਕਰਕੇ ਪੰਜਾਬ ਦੇ ਉੱਚ ਅਧਿਕਾਰੀ, ਜਿਨ੍ਹਾਂ 'ਚ IPS IAS PCS PPS, ਜਿਹੜੇ ਖਾਸ ਕਰਕੇ ਇਹ ਲੋਕ ਨੇ, ਇਹਨਾਂ ਦੀ ਵੀ ਕਾਫੀ ਜਿਹੜੀ ਜ਼ਮੀਨ ਆ, ਇਹ ਚੰਡੀਗੜ੍ਹ ਦੇ ਜਿਹੜੇ ਨੇੜਲੇ ਤੇੜਲੇ ਪਿੰਡ ਨੇ, ਉਹਨਾਂ 'ਚ ਇਹਨਾਂ ਦੀ ਪ੍ਰੋਪਰਟੀ ਚੰਗੀ ਆ। ਕਈਆਂ ਨੇ ਤੇ ਕਬਜ਼ੇ ਕੀਤੇ ਹੋਏ ਨੇ ਕਿ, ਲੇਕਿਨ ਕਈਆਂ ਨੇ ਆਪਣੀ ਜੇਬ 'ਚੋਂ ਵੀ ਪੈਸੇ ਖਰਚ ਕਰਕੇ ਜ਼ਮੀਨਾਂ ਖਰੀਦੀਆਂ ਨੇ, ਪਲਾਟ ਖਰੀਦੇ ਨੇ, ਉਹ ਵੀ ਦੱਸਾਂਗੇ। ਪਰ ਸਭ ਤੋਂ ਪਹਿਲੀ ਗੱਲ ਹੈ ਕਿ
ਜਿਹੜੀ ਡਾਕਟਰ ਚੰਦਰ ਸ਼ੇਖਰ ਹੋਣਾ ਦੀ ਜਿਹੜੀ ਅੰਤਿਮ ਰਿਪੋਰਟ ਆ ਉਹਦੇ 'ਚ ਜ਼ਿਕਰ ਜਿਹੜਾ ਕਰਨ ਵਾਲੇ ਸਭ ਤੋਂ ਹੈਰਾਨੀ ਵਾਲੀ ਗੱਲ ਆ ਕਿ 6 ਅਕਤੂਬਰ 2009 ਨੂੰ ਜਿਹੜੇ DDPO ਮੋਹਾਲੀ ਆ, ਜਿਹੜਾ ਡਿਸਟ੍ਰਿਕਟ ਰੂਰਲ ਡਿਵੈਲਪਮੈਂਟ ਆਫਿਸਰ ਹੈਗੇ ਨੇ DDPO, ਉਹਨਾਂ ਨੇ ਜ਼ਿਕਰ ਕੀਤਾ ਹੈਗਾ ਕਿ ਪੰਜਾਬ ਵਿਲਜ਼ ਕਾਮਨ ਲੈਂਡ ਰੈਗੂਲੇਸ਼ਨ ਐਕਟ 1961 ਦੀ ਸੈਕਸ਼ਨ 7 ਅਤੇ 11 ਤਹਿਤ ਲਗਭਗ ਮੋਹਾਲੀ ਦੇ 154 ਪਿੰਡਾਂ ਦੀ ਜਿਹੜੀ ਜ਼ਮੀਨ 9591 ਏਕੜ ਬਣਦੀ ਆ, ਉਹ ਵੱਖ-ਵੱਖ ਅਦਾਲਤਾਂ ਦੇ ਵਿੱਚ, ਮਤਲਬ ਸਿਵਲ ਕੋਰਟ ਦੇ ਵਿੱਚ, ਹਾਈ ਕੋਰਟ ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ ਵਿਚਾਰਧੀਨ। ਇਹਨਾਂ 'ਚੋਂ ਸਿਰਫ 30 ਪਿੰਡਾਂ ਦੀ ਅਗਰ ਗੱਲ ਕੀਤੀ ਜਾਵੇ, ਉਹ 4785 ਏਕੜ ਜ਼ਮੀਨ ਬਣਦੀ ਹੈ, ਜਿਹੜੀ ਸਿੱਧੇ ਰੂਪ ਵਿੱਚ ਸਿਵਲ ਕੋਰਟ ਜਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਚੱਲਦੀ ਹੈ। ਲੇਕਿਨ ਕੁੱਲ ਜਿਹੜੇ 154 ਪਿੰਡ ਨੇ, 154 'ਚ 9591 ਏਕੜ ਜ਼ਮੀਨ ਵੱਖ-ਵੱਖ ਅਦਾਲਤਾਂ 'ਚ ਕੇਸ ਚੱਲ ਰਹੇ ਨੇ। 2009 ਦੇ ਅੰਕੜੇ ਨੇ। ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਫਿਰ ਮੋਹਾਲੀ ਦੇ DDPO ਜਿਹੜੇ ਨੇ ਉਹ ਇੱਕ ਹੋਰ ਸਟੇਟਸ ਰਿਪੋਰਟ ਦਿੰਦੇ ਨੇ 3/11/2009 ਨੂੰ। ਪਹਿਲੀ ਜਿਹੜੀ ਰਿਪੋਰਟ 'ਚ 6 ਅਕਤੂਬਰ 2009 ਨੂੰ ਉਹ ਹਵਾਲਾ ਦਿੰਦੇ ਨੇ ਕਿ ਕੁੱਲ 9591 ਜ਼ਮੀਨ ਜਿਹੜੀ ਏਕੜ ਆ ਉਹ ਵੱਖ-ਵੱਖ ਅਦਾਲਤਾਂ ਦੇ ਵਿੱਚ ਚੱਲਦੀ ਆ। ਹੁਣ ਵੱਖ-ਵੱਖ ਅਦਾਲਤਾਂ ਜਿਹਦੇ 'ਚ ਮਹਿਕਮਾ ਵੀ ਪਾਰਟੀ ਆ, ਇਹਦਾ ਮਤਲਬ ਇਹ ਹੈ ਕਿ ਜੇ ਕਿਸੇ ਦੀ ਜੱਦੀ ਜਾਇਦਾਦ ਹੈ ਤਾਂ ਮਹਿਕਮੇ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਅਤੇ ਜੇ ਲੋਕਾਂ ਨੇ ਕਬਜ਼ੇ ਕੀਤੇ ਨੇ, ਮੱਲੀ ਹੋਈ ਆ, ਤਾਂ ਫਿਰ ਮਹਿਕਮੇ ਨੂੰ ਪ੍ਰੋਬਲਮ ਹੋਏਗੀ। ਲੇਕਿਨ ਇਹ ਜਿਹੜੀ ਜ਼ਮੀਨ ਆ ਵੱਖ-ਵੱਖ ਅਦਾਲਤਾਂ 'ਚ ਚੱਲ ਰਹੀ ਹੈ, ਔਰ ਇੱਕ ਜ਼ਮੀਨ ਕਈ ਲੋਕਾਂ ਨੂੰ ਗਾਂਹ ਵੇਚੀ ਗਈ ਆ। ਇਹਦੇ 'ਚ ਅਸੀਂ ਆਉਣ ਵਾਲੇ ਸਮੇਂ 'ਚ ਇਹ ਵੀ ਦੱਸਾਂਗੇ ਕਿ ਜਿਹੜੇ ਪੰਜਾਬ ਦੇ DGP ਜਾਂ ਮੁੱਖ ਮੰਤਰੀ ਰਹੇ ਨੇ ਜਾਂ ਰਾਜਪਾਲ ਰਹੇ ਨੇ, ਉਹਨਾਂ ਨੇ ਆਪਣੇ ਬਿਆਨਾਂ ਦੇ ਵਿੱਚ ਕੀ ਜ਼ਿਕਰ ਕੀਤਾ ਕਿ ਉਹਨਾਂ ਨੇ ਉਸ ਸਾਲ ਦੇ ਵਿੱਚ ਜ਼ਮੀਨ ਖਰੀਦੀ, ਫਿਰ ਵੇਚਤੀ, ਫਿਰ ਗਾਂਹ ਕਿਸੇ ਨੇ ਵੇਚਤੀ। ਇੱਕ ਜ਼ਮੀਨ ਕਈ ਵਾਰ ਵਿਕੀ ਹੈਗੀ ਆ। ਲੇਕਿਨ ਜਿਹੜਾ DDPO ਦੀ ਅਗਰ ਗੱਲ ਕੀਤੀ, ਮੋਹਾਲੀ ਜਿਹੜਾ 6/10/2009 ਨੂੰ ਉਹਨਾਂ ਨੇ ਸਰਕਾਰ ਨੂੰ ਇਨਫੋਰਮ ਕੀਤਾ, ਉਹ ਕਹਿ ਰਹੇ ਨੇ ਕਿ 154 ਪਿੰਡਾਂ ਦੀ ਜਿਹੜੀ 9591 ਏਕੜ ਜ਼ਮੀਨ ਆ ਉਹ ਵੱਖ-ਵੱਖ ਅਦਾਲਤਾਂ 'ਚ ਚੱਲ ਰਹੀ ਹੈ, ਕੇਸ ਚੱਲ ਰਿਹਾ ਹੈਗਾ, ਕਬਜ਼ੇ ਅਧੀਨ ਆ। ਫਿਰ ਉਹ ਸਟੇਟਸ ਰਿਪੋਰਟ ਦਿੰਦੇ ਨੇ 3 ਨਵੰਬਰ 2009 ਨੂੰ। ਉਹਦੇ 'ਚ ਉਹ ਜ਼ਿਕਰ ਕਰਦੇ ਨੇ 15,592 ਏਕੜ ਜ਼ਮੀਨ ਦੱਸਦੇ ਨੇ। ਪਹਿਲਾਂ ਦੱਸਦੇ ਨੇ 9,591, ਫਿਰ ਦੱਸਦੇ ਨੇ 15,592। ਮਤਲਬ ਸਿੱਧਾ ਹੀ 6,000 ਏਕੜ ਜ਼ਮੀਨ ਦਾ ਕਾਲਾ ਮਾਲਾ ਹੋ ਗਿਆ ਕਿ ਜੇ ਅਸੀਂ 15,592 ਚੋਂ 9,591 ਮਾਈਨਸ ਕਰ ਦਈਏ, ਘਟਾ ਦਈਏ, ਤਾਂ ਲਗਭਗ 6,002 ਏਕੜ ਜ਼ਮੀਨ ਬਣ ਜਾਂਦੀ ਆ। 6,002 ਏਕੜ ਜ਼ਮੀਨ ਦਾ ਘਪਲਾ ਕਿੱਥੇ ਗਿਆ? ਮਹਿਕਮੇ ਦੀ ਮਿਲੀ ਭੁਗਤ ਹੋਈ ਹੈ ਲਾਜ਼ਮੀ ਤੌਰ 'ਤੇ ਕਿ ਇੱਕੋ ਅਧਿਕਾਰੀ, ਇੱਕੋ ਮਹਿਕਮਾ, ਇੱਕੋ ਜ਼ਿਲ੍ਹਾ ਅਕਤੂਬਰ ਦੇ ਮਹੀਨੇ 'ਚ ਤਾਂ ਦੱਸਦਾ ਕਿ ਸਿਰਫ 9,591 ਜ਼ਮੀਨ ਏਕੜ ਆ, ਫਿਰ ਜਾ ਕੇ ਦੱਸਦਾ ਕਿ 15,592। ਤੋਂ 6,000 ਏਕੜ ਜ਼ਮੀਨ ਦਾ ਜਿਹੜਾ ਘਪਲਾ ਜਾਂ ਮਿਲੀ ਭੁਗਤਾ ਜਾਂ ਸਕੈਮ ਆ ਜਾਂ ਲੋਕਾਂ ਨੇ ਕਬਜ਼ਾ ਕੀਤਾ, ਕੀ ਉਹ ਐਡਜਸਟ ਕੀਤੇ ਗਏ ਨੇ, ਇਹ ਵੀ ਜਾਂਚ ਦਾ ਵਿਸ਼ਾ। ਕਿਉਂਕਿ ਜਦੋਂ ਹਾਈ ਕੋਰਟ ਦੇ ਵਿੱਚ ਪਟਾਰੇ ਖੁੱਲ੍ਹਣਗੇ, ਫਾਈਲਾਂ ਖੁੱਲ੍ਹਣਗੀਆਂ, ਤੇ ਫਿਰ ਕਈਆਂ ਦੇ ਪੈਰਾਂ ਦੇ ਹੇਠਾਂ ਜ਼ਮੀਨ ਖਿਸਕੇਗੀ। ਹੁਣ ਇੱਕ ਹੋਰ ਵੱਡੀ ਗੱਲ ਹੈ ਕਿ ਜੰਗਲਾਤ ਵਿਭਾਗ ਦੀ ਵੀ ਬਹੁਤ ਜ਼ਿਆਦਾ ਵੱਡੀ ਮਿਲੀ ਭੁਗਤ ਹੈ। ਜੰਗਲਾਤ ਵਿਭਾਗ, ਕਿਉਂਕਿ ਇਹ ਸਾਰੀ ਮੋਹਾਲੀ ਤੋਂ ਲੈ ਕੇ ਪਠਾਨਕੋਟ ਤੱਕ ਕੰਢੀ ਏਰੀਆ ਬੈਲਟ ਆ, ਲੇਕਿਨ ਸਿਰਫ ਕਿਉਂਕਿ ਅਸੀਂ ਮੋਹਾਲੀ ਜ਼ਿਲ੍ਹੇ ਦੀ ਗੱਲ ਕਰਦੇ, ਕਿਉਂਕਿ ਮੋਹਾਲੀ 'ਚ ਕਾਫੀ ਮਹਿੰਗੀ ਜ਼ਮੀਨ ਆ, ਇਹਦੇ 'ਚ ਵੀ ਕਾਫੀ ਜਿਹੜੀ ਜੰਗਲਾਤ ਵਿਭਾਗ ਦੀ ਜ਼ਮੀਨ, ਉਸ ਤੇ ਵੀ VVIP ਮਤਲਬ ਵੈਰੀ ਇੰਪੋਰਟੈਂਟ ਪਰਸਨ, ਤੇ ਇੱਕ ਵੈਰੀ ਇੰਪੋਰਟੈਂਟ ਪਰਸਨ, ਮਤਲਬ VIP ਲਾ ਲਓ, ਵੱਡੇ IPS ਅਫਸਰ, IAS ਅਫਸਰ, ਪੋਲੀਟੀਸ਼ੀਅਨ, ਵਿਧਾਇਕ, ਮੰਤਰੀ, ਮੁੱਖ ਮੰਤਰੀ, ਗਵਰਨਰ, ਇਹ ਉਹ ਲੋਕ ਨੇ ਜਿਨ੍ਹਾਂ ਨੂੰ ਅਸੀਂ VVIP ਤੇ VIP ਕਹਿੰਦੇ ਨੇ। ਇਹਨਾਂ ਦੇ ਵੀ ਜੰਗਲਾਤ ਮਹਿਕਮੇ ਦੀ ਜ਼ਮੀਨ 'ਤੇ ਕਬਜ਼ੇ ਕੀਤੇ ਹੋਏ ਨੇ। ਇਸ ਸੰਬੰਧ ਵਿੱਚ ਜਿਹੜੇ ਫੋਰੈਸਟ ਵਿਭਾਗ ਦੇ ਕਈ ਅਧਿਕਾਰੀ, ਜਿਹੜੇ IFS ਜਿਨ੍ਹਾਂ ਨੂੰ ਇੰਡੀਅਨ ਫੋਰੈਸਟ ਸਰਵਿਸ ਕਹਿੰਦੇ ਨੇ, ਉਹਨਾਂ ਦੇ ਖਿਲਾਫ ਵਿਭਾਗੀ ਕਾਰਵਾਈ ਵੀ ਹੋਈ ਆ। ਵਿਭਾਗੀ ਕਾਰਵਾਈ ਦੇ ਆਦੇਸ਼ ਵੀ ਦਿੱਤੇ ਗਏ ਨੇ। ਜਿਹੜੀ ਰਿਪੋਰਟ ਦੱਸਦੀ ਨੇ ਡਾਕਟਰ ਚੰਦਰ ਸ਼ੇਖਰ ਹੋਣਾ ਦੀ ਅੰਤਰਿਮ ਰਿਪੋਰਟ, ਕਿਉਂਕਿ ਨਾ 13 ਅੰਤਰਿਮ ਰਿਪੋਰਟਾਂ ਦਿੱਤੀਆਂ, ਲੇਕਿਨ ਨਾ ਬਾਦਲ ਸਾਹਿਬ ਨੇ ਨਾ ਕੈਪਟਨ ਸਾਹਿਬ ਨੇ ਉਹਨਾਂ ਰਿਪੋਰਟਾਂ 'ਤੇ ਕੋਈ ਕੰਮ ਕੀਤਾ ਹੈਗਾ, ਕਿਉਂਕਿ ਬਹੁਤ ਸਾਰੇ ਉਹਦੇ 'ਚ ਅਕਾਲੀ ਵੀ, ਕਾਂਗਰਸ ਵੀ, ਅਫਸਰ ਵੀ ਇੱਕ ਦੂਜੇ ਨੂੰ ਬਚਾਉਂਦੇ ਰਹੇ। ਕਿਉਂਕਿ ਜੇ ਆਪਣਾ ਕੱਪੜਾ ਚੱਕੋਗੇ ਤਾਂ ਲਾਜ਼ਮੀ ਉਹ 'ਤੇ ਆਪਣਾ ਹੀ ਢਿੱਡ ਨੰਗਾ ਹੋਣਾ। ਅਤੇ ਇਸ ਕਰਕੇ
ਇਹਦੇ 'ਚ ਇਹ ਜ਼ਿਕਰ ਹੈ ਰਿਪੋਰਟ ਦੇ ਵਿੱਚ 31 ਜਨਵਰੀ 2009 ਨੂੰ ਹਾਈ ਕੋਰਟ 'ਚ ਜਿਹੜੀ ਅੰਤਰ ਰਿਪੋਰਟ ਸੌਂਪੀ ਗਈ ਉਹਦੇ 'ਚ ਜ਼ਿਕਰ ਕੀਤਾ ਗਿਆ ਕਿ ਘੱਟੋ ਘੱਟ 7 ਜਿਹੜੇ IPS ਅਫਸਰ ਨੇ ਇੰਡੀਅਨ ਫੋਰੈਸਟ ਸਰਵਿਸ ਜਿਹੜੇ ਪੰਜਾਬ 'ਚ ਤੈਨਾਤ ਹਨ ਜੰਗਲਾਤ ਮਹਿਕਮੇ 'ਚ, ਉਹਨਾਂ ਦੇ ਨਾਮ ਹੀ ਅਸੀਂ ਆਉਣ ਵਾਲੇ ਸਮੇਂ 'ਚ ਨਸ਼ਰ ਕਰਾਂਗੇ, ਲੇਕਿਨ ਉਹਨਾਂ ਦੇ ਖਿਲਾਫ ਵਿਭਾਗੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਸੀ, ਉਹ ਜ਼ਿਕਰ ਕੀਤਾ ਗਿਆ, ਲੇਕਿਨ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਨਾਲ ਦੀ ਨਾਲ ਜਿਹੜੇ DFO ਆ ਡਿਸਟ੍ਰਿਕਟ ਫੋਰੈਸਟ ਆਫਿਸਰ, ਉਹਨਾਂ ਨੇ ਕਿਹਾ ਕਿ 2455 ਲੋਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਸੀ, ਹੁਣ ਵੀ ਕੀਤੇ ਜਾ ਰਹੇ ਨੇ, ਲੇਕਿਨ ਉਹਨਾਂ 'ਚੋਂ ਸਿਰਫ 10 ਲੋਕਾਂ ਨੇ ਰਿਸਪੌਂਡ ਕੀਤਾ, 10 ਲੋਕਾਂ ਨੇ ਜਵਾਬ ਦਿੱਤਾ। ਮਤਲਬ 2455 ਚੋਂ 10 ਘਟਾ ਲਓ ਅਤੇ 2445 ਲੋਕਾਂ ਨੇ ਮਹਿਕਮੇ ਦੇ ਆਰਡਰਾਂ ਨੂੰ ਪੜ੍ਹ ਕੇ ਵੀ ਨਹੀਂ ਦੇਖਿਆ ਹੋਣਾ, ਜਾਂ ਇੱਥੇ ਵੀ ਮਿਲੀ ਭੁਗਤਾ ਕਿ ਖਾਨਾ ਪੂਰਤੀ ਵਾਸਤੇ ਹੀ ਇਹ ਨੋਟਿਸ ਜਾਰੀ ਕੀਤੇ ਹੋਣਗੇ। ਹੁਣ ਸਭ ਤੋਂ ਵੱਡੀ ਗੱਲ ਹੈ ਕਿ ਜਦ ਪੰਜਾਬ ਦੇ 2 ਪੁਲਿਸ ਅਫਸਰਾਂ ਦੇ ਵਿਚਕਾਰ ਲੜਾਈ ਸ਼ੁਰੂ ਹੁੰਦੀ ਆ, ਸੰਜੀਵ ਗੁਪਤਾ ਅਤੇ ਸਮੀਰ ਸੈਣੀ, ਫਿਰ ਰਿਟਾਇਰਡ DGP ਚੰਦਰ ਸ਼ੇਖਰ ਨੂੰ ਦੋਨਾਂ ਅਧਿਕਾਰੀਆਂ ਦੀ ਜਿਹੜੀ ਪ੍ਰਾਪਰਟੀ ਜਾਇਦਾਦ ਇਨਕਮ ਚੈੱਕ ਕਰਨ ਵਾਸਤੇ ਵੀ ਅਧਿਕਾਰ ਦਿੱਤੇ ਜਾਂਦੇ ਨੇ। ਉਹਨਾਂ ਦੀ ਕਾਫੀ ਲੜਾਈ ਹੁੰਦੀ, ਦੋਨੇ ਤਗੜੇ ਦੁਸ਼ਮਣ ਲੇਕਿਨ ਬਾਅਦ 'ਚ ਦੋਸਤ ਬਣ ਜਾਂਦੇ ਨੇ, ਜੋ ਪੁਲਿਸ ਹਲਕਿਆਂ ਦੇ ਵਿੱਚ ਚਰਚਾ। ਲੇਕਿਨ ਅਸੀਂ ਡਾਕਟਰ ਚੰਦਰ ਸ਼ੇਖਰ ਹੋਣਾ ਰਿਪੋਰਟ ਦਾ ਜ਼ਿਕਰ ਕਰਾਂਗੇ। ਉਸ ਤੋਂ ਬਾਅਦ ਇਹ ਵੀ ਇਸ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਖਾਸ ਕਰਕੇ ਕਿਉਂਕਿ ਜਿਹੜਾ ਵੀ ਸਰਕਾਰੀ ਅਧਿਕਾਰੀ ਹੁੰਦਾ ਜਾਂ ਮੁਲਾਜ਼ਮ ਹੁੰਦਾ, ਉਹਨਾਂ ਨੇ ਅਗਰ ਜੇ ਆਪਣਾ ਘਰ ਬਾਹਰ ਲੈਣਾ ਹੈਗਾ ਤੇ ਮਹਿਕਮੇ ਨੂੰ ਦੱਸਣਾ ਪੈਂਦਾ, ਹਰ ਸਾਲ ਉਹਨਾਂ ਨੂੰ ਰਿਪੋਰਟ ਦੇਣੀ ਪੈਂਦੀ ਹੈਗੀ ਹੈ। ਖਾਸ ਕਰਕੇ ਜਿਹੜੇ ਕਾਡਰ ਪੋਸਟ ਵਾਲੇ ਨੇ, ਚਾਹੇ ਉਹ IAS ਹੋਣ, ਚਾਹੇ IPS ਹੋਣ, ਚਾਹੇ PCS ਹੋਣ, PPS ਹੋਣ। ਅਤੇ ਜਿਹੜਾ 2008 ਦੇ ਅੰਕੜਿਆਂ ਤੋਂ ਬਾਅਦ ਲਗਾਤਾਰ ਜਿਹੜੇ ਅੰਕੜੇ ਦੱਸੇ ਗਏ ਨੇ, ਉਹਦੇ 'ਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਪੰਜਾਬ ਦੇ ਕਰੀਬ 145 IAS ਅਤੇ 175 ਦੇ ਕਰੀਬ ਜਿਹੜੇ PCS ਅਧਿਕਾਰੀ ਨੇ, ਉਹਨਾਂ ਨੇ ਪਰਸੋਨਲ ਵਿਭਾਗ ਨੂੰ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਦੀ ਵੀ ਜ਼ਮੀਨ ਖਾਸ ਕਰਕੇ ਨਵਾਂਗਰਾਉਂ, ਜੀਰਕਪੁਰ, ਮਹਾਲੀ ਅਤੇ ਕਾਂਸਲ ਪਿੰਡਾਂ ਦੇ ਵਿੱਚ ਜਿਹੜੀ ਇਮੂਵੇਬਲ ਜਿਹੜੀ ਅਚਲ ਜਾਇਦਾਦ, ਕਹਿੰਦੇ ਇੱਕ ਚੱਲ ਜਾਇਦਾਦ ਉਹਦੀ ਮੂਵੇਬਲ, ਇੱਕ ਇਮੂਵੇਬਲ, ਚੱਲ ਅਤੇ ਅਚਲ ਜਾਇਦਾਦ, ਇਹਨਾਂ ਕਰੀਬ 300 ਦੇ ਕਰੀਬ IAS PCS ਅਫਸਰ, ਅਤੇ ਜੇ ਅਸੀਂ PPS ਅਤੇ IPS ਅਫਸਰ ਲਾ ਲਓ, ਕੁੱਲ ਮਿਲਾ ਕੇ 500 ਦੇ ਕਰੀਬ ਪੰਜਾਬ ਕਾਡਰ ਦੇ IAS IPS PCS PPS 500 ਦੇ ਕਰੀਬ ਅਫਸਰਾਂ ਨੇ ਆਪਣੀ ਜਿਹੜੀ ਸਾਲਾਨਾ ਜਿਹੜੀ ਉਹਨਾਂ ਨੇ ਇਨਕਮ ਟੈਕਸ ਰਿਟਰਨ ਮਹਿਕਮੇ ਨੂੰ ਦੱਸਣੀ ਜਾਂ ਪਰਸੋਨਲ ਵਿਭਾਗ ਨੂੰ ਜਾਣਕਾਰੀ ਦੇਣੀ ਦੀ, ਉਹਦੇ 'ਚ ਜ਼ਿਕਰ ਹੈ ਕਿ ਉਹਨਾਂ ਦੀ ਵੀ ਜਿਹੜੀ ਅਚਲ ਜਾਇਦਾਦ ਆ ਉਹ ਮੋਹਾਲੀ ਦੇ ਜ਼ਿਲ੍ਹੇ ਮੋਹਾਲੀ ਦੇ ਖਾਸ ਕਰਕੇ ਜਿਹੜਾ ਏਰੀਆ ਨਵਾਂਗਰਾਉਂ, ਜੀਰਕਪੁਰ, ਮੋਹਾਲੀ, ਕਾਂਸਲ, ਇਹਨਾਂ ਪਿੰਡਾਂ ਦੇ ਵਿੱਚ ਉਹਨਾਂ ਦੀ ਅਚਲ ਜਾਇਦਾਦ ਆ। ਇਹ ਵੀ ਆਪਣੇ ਆਪ 'ਚ ਹੈਰਾਨੀ ਵਾਲੀ ਗੱਲ ਹੈ ਕਿ ਕਿੰਨਾ ਅਫਸਰਾਂ ਦੇ ਵਿੱਚ ਚੰਡੀਗੜ੍ਹ ਦਾ ਕਰੇਜ਼ ਆ, ਅਤੇ ਚੰਡੀਗੜ੍ਹ ਦੇ ਆਲੇ ਦੁਆਲੇ ਜ਼ਮੀਨ 'ਚ ਆਪਣੇ ਫਾਰਮ ਹਾਊਸ ਬਣਾਉਣੇ, ਆਪਣੇ ਘਰ ਬਣਾਉਣੇ, ਕਿੰਨਾ ਵੱਡਾ ਕਰੇਜ਼ ਆ, ਅਤੇ 500 ਦੇ ਕਰੀਬ ਉਹ ਵੀ ਅਫਸਰ ਨੇ। ਹੁਣ ਇਹ ਜਿਹੜਾ ਜ਼ਿਕਰ ਹੈ ਰਿਪੋਰਟਾਂ ਦੇ ਵਿੱਚ, ਕਿਉਂਕਿ ਵਾਰ-ਵਾਰ ਇਸ ਕਰਕੇ ਅਸੀਂ ਦੱਸ ਰਹੇ ਕਿ ਉਹ ਅਧਿਕਾਰੀ ਜਿਨ੍ਹਾਂ ਨੇ ਖੁਦ ਕਾਰਵਾਈ ਕਰਨੀ ਬਣਦੀ ਸੀ, ਹਾਲਾਂਕਿ ਜਿਹੜੇ 500 ਦੇ ਕਰੀਬ ਅਫਸਰ, ਕਈਆਂ ਨੇ ਆਪਣੀ ਕਮਾਈ ਦੇ ਵਿੱਚੋਂ ਪਲਾਟ ਜਾਂ ਜ਼ਮੀਨਾਂ ਏਕੜਾਂ 'ਚ ਲਈਆਂ ਹੋਣੀਆਂ, ਪਰ ਉਹ ਕੀ ਜ਼ਮੀਨਾਂ ਸਹੀ ਨੇ, 1 ਨੰਬਰ ਦੀਆਂ ਨੇ, ਜਾਂ ਉਹ ਇਹ ਵੀ ਅਫਸਰ ਠੱਗੇ ਗਏ ਨੇ ਕਿ ਕਿਸੇ ਸਰਕਾਰੀ ਸ਼ਾਮਲਟ ਜ਼ਮੀਨ ਹੀ ਇਹਨਾਂ ਅਫਸਰਾਂ ਨੂੰ ਵੇਚੀ ਗਈ। ਇਹ ਵੀ ਇੱਕ ਜਾਂਚ ਦਾ ਵਿਸ਼ਾ ਹੋਏਗਾ ਜਦ ਪੂਰੀਆਂ ਫਾਈਲਾਂ ਖੁੱਲ੍ਹਣਗੀਆਂ। ਪਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਕੁਲਦੀਪ ਸਿੰਘ ਧਾਲੀਵਾਲ ਪੰਜਾਬ ਦੇ ਪੇਂਡੂ ਵਿਕਾਸ ਮੰਤਰੀ ਜਾਂ ਭਗਵੰਤ ਮਾਨ ਦੀ ਸਰਕਾਰ 'ਚ ਇਹ ਜਿਹੜੇ ਨਜਾਇਜ਼ ਕਬਜ਼ੇ ਜਿਨ੍ਹਾਂ ਲੋਕਾਂ ਨੇ ਕੀਤੇ, ਉਹਨਾਂ ਕੋਲੋਂ ਜ਼ਮੀਨ ਛਡਵਾਉਣ ਦੀ ਜਿਹੜੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਾਂ ਲਹਿਰ ਚਲਾਈ ਹੈ, ਲਾਜ਼ਮੀ ਤੌਰ 'ਤੇ ਉਹ ਕਾਬਲੇ ਤਾਰੀਫ ਆ। ਲੇਕਿਨ ਸਵਾਲ ਹੈ ਕਿ ਪੰਜਾਬ 'ਚ ਜਿਸ ਤਰ੍ਹਾਂ 8 ਲੱਖ ਏਕੜ ਜ਼ਮੀਨ 'ਤੇ ਕਬਜ਼ਾ ਸ਼ਹਿਰਾਂ 'ਚ, ਪਿੰਡਾਂ 'ਚ, ਮੋਹਾਲੀ ਦੇ ਲਗਭਗ ਸਾਰੇ ਪਿੰਡਾਂ 'ਚ ਆ, ਉਹ ਵੱਖਰੀ ਗੱਲ ਹੈ ਕਿ ਬਾਅਦ 'ਚ ਸਭ ਤੋਂ ਸੌਖਾ ਤਰੀਕਾ ਕੇਸ ਪਾ ਦਿਓ, ਹਾਈ ਕੋਰਟ 'ਚ ਕਈ ਸਾਲ ਨਿਕਲ ਜਾਂਦੇ ਨੇ, ਸੁਪਰੀਮ ਕੋਰਟ 'ਚ ਕਈ ਸਾਲ ਨਿਕਲ ਜਾਂਦੇ ਨੇ। ਇਹ ਵੀ ਇੱਕ ਬਹੁਤ ਵਧੀਆ ਸਰਲ ਤਰੀਕਾ ਹੈਗਾ ਕਿ ਪੀੜ੍ਹੀ ਦਰ ਪੀੜ੍ਹੀ ਚੱਲੀ ਜਾਂਦੀ, ਲੇਕਿਨ ਤੁਹਾਡੇ ਤੁਸੀਂ ਜ਼ਮੀਨ 'ਤੇ ਖੇਤੀ ਕਰੀ ਜਾਂਦੇ ਨੇ, ਦੁਕਾਨਾਂ ਚੱਲੀਆਂ ਜਾਂਦੀਆਂ, ਕਾਰੋਬਾਰ ਚੱਲੀ ਜਾਂਦਾ ਹੈਗਾ। ਲੇਕਿਨ ਕੁੱਲ ਮਿਲਾ ਕੇ ਇਹ ਹੈ ਕਿ ਜਦ ਨਵਜੋਤ ਸਿੰਘ ਸਿੱਧੂ ਆਪਣੀ ਸਰਕਾਰ 'ਚ ਤਦ ਵੀ ਉਹ ਰੌਲਾ ਪਾਉਂਦੇ ਰਹੇ ਹੈਗੇ ਨੇ ਕਿ ਜੇ ਪੰਜਾਬ ਦਾ ਕਰਜ਼ਾ ਲਾਉਣਾ ਹੈਗਾ, ਪੂਰੇ ਪੰਜਾਬ ਦੀ ਛੱਡੋ,
15 ਪਿੰਡਾਂ ਦੀ ਜ਼ਮੀਨ ਹੀ ਛਡਾ ਲਓ ਤੇ 2 ਲੱਖ ਕਰੋੜ ਰੁਪਈਆ ਬਣ ਜਾਂਦਾ। ਤੇ ਜੇ ਪੂਰੇ ਪੰਜਾਬ ਦੀ 8 ਲੱਖ ਏਕੜ ਜ਼ਮੀਨ ਤੋਂ ਕਬਜ਼ਾ ਛਡਾਉਣਾ ਤੇ ਪੰਜਾਬ ਵਾਕਈ ਸੋਨੇ ਦੀ ਚਿੜੀ ਨਹੀਂ, ਸੋਨੇ ਦਾ ਚਿੜਾ ਬਣ ਜਾਏਗਾ। ਉਹ ਪਹਿਲਾਂ ਵੀ ਆਪਣੀ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਰਹੇ ਨੇ, ਉਹਨਾਂ ਦੀ ਅਗਵਾਈ 'ਚ ਕਮੇਟੀ ਵੀ ਬਣੀ, ਲੇਕਿਨ ਬਾਅਦ 'ਚ ਕੈਪਟਨ ਨੇ ਉਹਨਾਂ ਨੂੰ ਕੱਢ ਦਿੱਤਾ ਗਾ ਵਜ਼ਾਰਤ 'ਚੋਂ। ਹੁਣ ਵੀ ਉਹ ਭਗਵੰਤ ਮਾਨ ਨੂੰ ਮਿਲ ਕੇ ਗਏ ਨੇ, ਉਹਦੇ 'ਚ ਵੀ ਜ਼ਿਕਰ ਕੀਤਾ ਗਿਆ ਨੇ। ਉਹ ਵਾਰ-ਵਾਰ ਰੌਲਾ ਪਾ ਰਹੇ ਨੇ ਕਿ ਜੇ ਪੰਜਾਬ ਨੂੰ ਬਚਾਉਣਾ, ਬਹੁਤ ਸਾਰੇ ਮੁੱਦੇ ਡਿਸਕਸ ਹੋਏ ਨੇ, ਲੇਕਿਨ ਸਭ ਤੋਂ ਵੱਡਾ ਕਿਉਂਕਿ ਅੱਜ ਕੱਲ੍ਹ ਖੁਦ ਹੀ ਭਗਵੰਤ ਮਾਨ ਦੀ ਸਰਕਾਰ ਨੇ ਸ਼ੁਰੂ ਕੀਤਾ, ਨਜਾਇਜ਼ ਕਬਜ਼ੇ ਛਡਾਏ ਜਾ ਰਹੇ ਨੇ, ਪੰਜਾਬ ਦੀ ਇਨਕਮ 'ਚ ਵਾਧਾ ਕੀਤਾ ਜਾ ਰਿਹਾ ਨਾ। ਲੇਕਿਨ ਅਗਰ ਇਕੱਲੇ ਮੋਹਾਲੀ ਦੇ ਪਿੰਡਾਂ 'ਚੋਂ ਹੀ ਕਬਜ਼ੇ ਛਡਾਏ ਜਾਣ ਤੇ ਲਾਜ਼ਮੀ ਤੌਰ ਤੇ ਪੰਜਾਬ ਕਰਜ਼ੇ 'ਚੋਂ ਬਾਹਰ ਨਿਕਲ ਜਾ ਸਕਦਾ। ਵੱਖਰੀ ਗੱਲ ਹੈ ਕਿ ਕਈ ਭਾਂਖਰਪੁਰ ਪਿੰਡ ਵਰਗੇ ਲੋਕ ਵੀ ਕਹਿ ਰਹੇ ਨੇ ਕਿ ਉਹਨਾਂ ਦੇ ਪਿੰਡ 'ਚ ਤੇ ਸੁਪਰੀਮ ਕੋਰਟ ਵੱਲੋਂ ਸਟੇਟਸ ਕੋ ਲੱਗਾ ਹੋਇਆ, ਲੇਕਿਨ ਬਹੁਤ ਸਾਰੇ ਪਿੰਡ ਨੇ ਜਿਨ੍ਹਾਂ 'ਚ ਕੋਈ ਵੀ ਕਾਰਵਾਈ ਨਹੀਂ ਹੈ, ਕਿਸੇ ਵੀ ਅਦਾਲਤ 'ਚ ਕੇਸ ਨਹੀਂ ਚੱਲ ਰਿਹਾ। ਉਹ ਜ਼ਮੀਨ ਤੇ ਛਡਾਈ ਜਾ ਸਕਦੀ ਆ, ਉਹ ਜ਼ਮੀਨ ਛਡਾ ਕੇ ਪੰਜਾਬ ਦਾ ਖਜ਼ਾਨਾ ਤੇ ਭਰਿਆ ਹੀ ਜਾ ਸਕਦਾ। ਤੇ ਜੇ 8 ਲੱਖ ਏਕੜ ਜ਼ਮੀਨ 'ਚੋਂ ਭਗਵੰਤ ਮਾਨ 1 ਲੱਖ ਏਕੜ ਜ਼ਮੀਨ ਤੋਂ ਵੀ ਕਬਜ਼ਾ ਛਡਾ ਗਿਆ ਤੇ ਲਾਜ਼ਮੀ ਤੌਰ ਤੇ ਭਗਵੰਤ ਮਾਨ ਦੀ ਚੜ੍ਹਾਈ ਨੂੰ ਕੋਈ ਨਹੀਂ ਰੋਕ ਸਕਦਾ। ਸਿਆਸਤ 'ਚ ਉਹ ਜਿਹੜਾ ਉਹ ਨਾਮ ਕਮਾ ਜਾਣਗੇ, ਲਾਜ਼ਮੀ ਤੌਰ ਤੇ ਆਉਣ ਵਾਲੀ ਪੀੜ੍ਹੀਆਂ ਉਹਨਾਂ ਨੂੰ ਯਾਦ ਕਰਿਆ ਕਰਨਗੀਆਂ। ਪਰ ਸਵਾਲ ਆ ਕਿ 1000 ਏਕੜ ਜ਼ਮੀਨ ਤੇ ਛਡਾ ਲਈ ਤੇ ਲੱਗਦਾ ਕਿ ਹੌਲੀ ਹੌਲੀ 1000 ਤੋਂ 10000 ਹੋਏਗੀ, 10000 ਤੋਂ 1 ਲੱਖ ਏਕੜ ਜ਼ਮੀਨ ਹੋਏਗੀ। ਲੱਗਦਾ ਕਿ ਜਿਸ ਹਿਸਾਬ ਦੇ ਨਾਲ ਕੁਲਦੀਪ ਸਿੰਘ ਧਾਲੀਵਾਲ ਲੱਗੇ ਹੋਏ ਨੇ ਉਹ ਦਿਨ ਦੂਰ ਨਹੀਂ ਆ। ਪਰ ਲਾਜ਼ਮੀ ਤੌਰ ਤੇ ਜਿਸ ਮਨਸ਼ਾ ਦੇ ਨਾਲ ਲੱਗੇ ਨੇ ਉਹ ਪ੍ਰਸ਼ੰਸਾ ਕਰਨੀ ਬਣਦੀ ਆ। ਪਰ ਨਾਲ ਦੀ ਨਾਲ ਭਗਵੰਤ ਮਾਨ ਨੇ ਇਹ ਵੀ ਅਪੀਲ ਕੀਤੀ ਆ ਕਿ 31 ਮਈ ਤੱਕ ਜਿਨ੍ਹਾਂ ਲੋਕਾਂ ਨੇ ਕਬਜ਼ੇ ਨਾ ਛੱਡੇ ਉਹਨਾਂ ਦੇ ਖਿਲਾਫ ਪਰਚੇ ਦਰਜ ਹੋਣਗੇ ਤੇ ਪਿਛਲੀ ਡੇਟ ਤੋਂ ਉਹਨਾਂ ਦੇ ਖਿਲਾਫ ਉਹਨਾਂ ਕੋਲੋਂ ਜੁਰਮਾਨੇ ਵੀ ਵਸੂਲੇ ਜਾਣਗੇ। ਨਾਮ ਵੀ ਨਸ਼ਰ ਕਰਾਂਗੇ ਕਿ ਕਿਹੜੇ ਗਵਰਨਰ ਦੀ ਕਿੰਨੇ ਏਕੜ ਜ਼ਮੀਨ ਆ, ਕਿਹੜੇ ਡੀਜੀਪੀ ਦੀ ਕਿੰਨੀ ਜ਼ਮੀਨ ਆ, ਕਿਹੜੇ ਮੁੱਖ ਮੰਤਰੀ ਦੀ ਕਿਹੜੇ ਮੰਤਰੀ ਦੀ ਕਿੰਨੀ ਜ਼ਮੀਨ ਹੈ। ਤਦ ਤੱਕ ਤੁਸੀਂ ABC ਪੰਜਾਬ ਦੇਖਦੇ ਰਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।